ਪੰਜਾਬ ਦੇ ਵਿੱਚ ਕੱਲ ਫੇਰ ਕਈ ਥਾਵਾਂ ਤੇ ਭਾਰੀ ਮੀਂਹ ਤੇ ਗੜੇਮਾਰੀ ਦੀਆਂ ਖਬਰਾਂ ਮਿਲੀਆਂ ਨੇ ਤੇ ਕਣਕ ਦੀ ਵਾਢੀ ਦਾ ਕੰਮ ਤਾਂ ਲਗਭਗ ਪੂਰੀ ਤਰ੍ਹਾਂ ਦੇ ਨਾਲ ਰੁਕ ਹੀ ਗਿਆ ਹੈ। ਖੇਤਾਂ ਵਿੱਚ ਖੜੀ ਕਣਕ ਵੱਢੀ ਨਹੀਂ ਜਾ ਸਕਦੀ, ਤੇਜ਼ ਹਵਾਵਾਂ ਵੀ ਨਾਲ-ਨਾਲ ਚੱਲ ਰਹੀਆਂ ਨੇ ਤੇ ਕਣਕਾਂ ਵਿਛਦੀਆਂ ਜਾ ਰਹੀਆਂ ਨੇ। ਪੱਕੀਆਂ ਕਣਕਾਂ ਜਦੋਂ ਹੁੰਦੀਆਂ ਨੇ ਤਾਂ ਵੈਸੇ ਵੀ ਬੱਲੀਆਂ ਦੇ ਭਾਰ ਦੇ ਨਾਲ ਕਣਕ ਝੁਕ ਜਾਂਦੀ ਹੈ ਤੇ ਜਦੋਂ ਮੌਸਮ ਅਜਿਹਾ ਬਣ ਜਾਵੇ ਤਾਂ ਕਣਕਾਂ ਨੂੰ ਝੁਕਣ ਤੋਂ ਕੋਈ ਰੋਕ ਨਹੀਂ ਸਕਦਾ। ਦੂਜੇ ਪਾਸੇ ਮੰਡੀਆਂ ਦੇ ਵਿੱਚ ਖੁੱਲੇ ਅਸਮਾਨ ਹੇਠਾਂ ਪਈ ਕਣਕ ਦੀ ਫਸਲ ਵੀ ਭਿੱਜ ਗਈ ਹੈ ਤੇ ਮੌਸਮ ਵਿਭਾਗ ਨੇ ਅੱਜ ਤੱਕ ਲਈ ਯਾਨੀ ਕਿ 21 ਅਪ੍ਰੈਲ ਤੱਕ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਪੇਸ਼ੀਨਗੋਈ ਜਾਰੀ ਕੀਤੀ ਸੀ। ਕੱਲ ਰਾਜਧਾਨੀ ਦਿੱਲੀ ਦੇ ਵਿੱਚ ਵੀ ਮੋਹਲੇਧਾਰ ਮੀਂਹ ਪਿਆ ਹੈ ਤੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਮੋਹਾਲੀ ਦੇ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨਾ ਮੀਂਹ ਪਿਆ ਹੈ। ਫਿਰੋਜ਼ਪੁਰ, ਫਰੀਦਕੋਟ, ਹੁਸ਼ਿਆਰਪੁਰ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਕੁਝ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ। ਹਾਲਾਂਕਿ ਮੌਸਮ ਵਿਭਾਗ ਨੇ 21 ਅਪ੍ਰੈਲ ਤੋਂ ਬਾਅਦ ਵੀ ਕਿਤੇ ਨਾ ਕਿਤੇ ਮੌਸਮ ਅਜਿਹਾ ਰਹਿਣ ਦੇ ਸੰਕੇਤ ਦਿੱਤੇ ਨੇ। ਚੰਡੀਗੜ੍ਹ ਦੇ ਵਿੱਚ ਵੀ ਕੱਲ ਗਰਜ ਚਮਕ ਦੇ ਨਾਲ ਹਲਕੀ ਬੂੰਦਾਬਾਂਦੀ ਹੋਈ ਹੈ। ਉਧਰ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਦੇ ਕਿਤੇ ਬਰਫ਼ਬਾਰੀ ਚੱਲ ਹੀ ਰਹੀ ਹੈ। ਉੱਤਰਾਖੰਡ ਦੇ ਹੇਮਕੁੰਟ ਸਾਹਿਬ ਵਿਖੇ ਬਰਫ਼ ਹਟਾਉਣ ਦਾ ਕੰਮ ਵੀ ਪਛੜ ਗਿਆ ਹੈ ਕਿਉਂਕਿ ਤਾਜ਼ਾ ਬਰਫ਼ਬਾਰੀ ਨੇ ਇੱਥੇ ਵੀ ਦਿੱਕਤਾਂ ਵਧਾ ਦਿੱਤੀਆਂ ਨੇ ਤੇ ਹੁਣ ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਕੰਮ ਦੁਬਾਰਾ ਸ਼ੁਰੂ ਹੋਏਗਾ। ਭਾਰਤੀ ਫੌਜ ਦੇ 418 ਇੰਡੀਪੈਂਡੈਂਟ ਇੰਜੀਨੀਅਰਸ ਕੋਰ ਦੇ 25 ਜਵਾਨਾਂ ਦਾ ਦਸਤਾ ਲੰਘੀ 18 ਅਪ੍ਰੈਲ ਨੂੰ ਗੁਰਦੁਆਰਾ ਗੋਬਿੰਦ ਘਾਟ ਤੋਂ ਰਵਾਨਾ ਹੋਇਆ ਸੀ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਸੀ ਕਿ ਬੀਤੇ ਕੱਲ ਤੋਂ ਮੌਸਮ ਖਰਾਬ ਹੈ, ਉੱਚੀਆਂ ਪਹਾੜੀਆਂ ਤੇ ਬਰਫ਼ਬਾਰੀ ਹੋ ਰਹੀ ਹੈ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੇ ਆਲੇ ਦੁਆਲੇ ਲਗਭਗ 2.5 ਫੁੱਟ ਤੋਂ ਵੱਧ ਤਾਜ਼ਾ ਬਰਫ਼ ਪੈ ਗਈ ਹੈ। ਇਸ ਕਰਕੇ ਫੌਜੀ ਜਵਾਨਾਂ ਦਾ ਜਿਹੜਾ ਬਰਫ਼ ਹਟਾਉਣ ਦਾ ਕੰਮ ਹੈ ਉਹ ਵਿੱਚ ਹੀ ਰੋਕਣਾ ਪਿਆ ਹੈ। ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਸਾਲ 20 ਮਈ ਤੋਂ ਸ਼ੁਰੂ ਹੋਵੇਗੀ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੱਲ ਅਜਨਾਲਾ ਦੇ ਇੱਕ ਪਿੰਡ ਦੇ ਵਿੱਚ ਫਸਲ ਦਾ ਜਾਇਜ਼ਾ ਲੈਣ ਪਹੁੰਚੇ ਤੇ ਉਹਨਾਂ ਨੇ ਐਲਾਨ ਕੀਤਾ ਕਿ ਮੀਂਹ ਕਰਕੇ ਮੁੜ ਨੁਕਸਾਨੀਆਂ ਫਸਲਾਂ ਦੀ ਵੀ ਸਾਡੀ ਸਰਕਾਰ ਗਿਰਦੌਰੀ ਕਰਵਾਏਗੀ। ਕੈਬਨਿਟ ਮੰਤਰੀ ਨੇ ਇਲਾਕੇ ਦੇ ਪਿੰਡ ਤੇੜਾ ਕਲਾਂ, ਭੋਏਵਾਲੀ, ਤੇਰੀ, ਚਮਿਆਰੀ, ਕਮਾਲਪੁਰਾ ਸਮੇਤ ਕਈ ਪਿੰਡਾਂ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਨਾਲ ਪਹੁੰਚੇ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਦਿੱਤੀਆਂ ਕਿ ਇਹਨਾਂ ਪਿੰਡਾਂ ਦੀ ਗਿਰਦੌਰੀ 2 ਦਿਨਾਂ ਦੇ ਅੰਦਰ ਕਰਵਾ ਕੇ ਰਿਪੋਰਟ ਭੇਜੀ ਜਾਵੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਹਤ ਵਿਗੜਨ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ICU ਵਾਰਡ ਦੇ ਵਿੱਚ ਦਾਖਲ ਹੋ ਗਏ ਨੇ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਦਾ ਪਿਛਲੇ 4-5 ਦਿਨਾਂ ਤੋਂ ਇਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਰ ਕੱਲ ਅਚਾਨਕ ਸਿਹਤ ਵਿਗੜਨ ਕਰਕੇ ਉਹਨਾਂ ਨੂੰ ICU ਦੇ ਵਿੱਚ ਸ਼ਿਫਟ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਆਪਣੇ ਪਿਤਾ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚੇ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ MP ਹਰਸਿਮਰਤ ਕੌਰ ਬਾਦਲ ਨੇ ਵੀ ਹਸਪਤਾਲ ਜਾ ਕੇ ਆਪਣੇ ਸਹੁਰਾ ਸਾਹਿਬ ਦਾ ਹਾਲ ਚਾਲ ਪੁੱਛਿਆ। ਪ੍ਰਕਾਸ਼ ਸਿੰਘ ਬਾਦਲ ਦਿਲ ਦੀ ਬਿਮਾਰੀ ਤੋਂ ਪੀੜਤ ਦੱਸੇ ਜਾ ਰਹੇ ਨੇ ਤੇ ਸਾਹ ਲੈਣ ਦੇ ਵਿੱਚ ਤਕਲੀਫ ਦੀ ਜਾਣਕਾਰੀ ਵੀ ਮਿਲੀ ਹੈ। ਹਾਲਾਂਕਿ ਜਦੋਂ ਅਸੀਂ ਡਾਕਟਰ ਦਲਜੀਤ ਸਿੰਘ ਚੀਮਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਰੂਟੀਨ ਚੈੱਕਅਪ ਦੇ ਲਈ ਹੀ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਅਤੇ ਛੇਤੀ ਚੈੱਕਅਪ ਕਰਵਾਉਣ ਦੇ ਲਈ ਉਹਨਾਂ ਨੂੰ ICU ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ। ਜਲੰਧਰ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਤਾਂ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਨਿਯੁਕਤ ਨਿਗਰਾਨ ਅਧਿਕਾਰੀ ਜਲੰਧਰ ਪਹੁੰਚੇ ਤੇ ਉਹਨਾਂ ਨੇ ਚੋਣ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚਾੜਨ ਦੀ ਤਾਕੀਦ ਕੀਤੀ ਹੈ। ਤੇ ਉਧਰ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਵੀ ਇਨੀ ਦਿਨੀ ਜਲੰਧਰ ਡੇਰੇ ਲਾ ਰੱਖੇ ਨੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੱਲ ਜਲੰਧਰ ਪਹੁੰਚੇ ਹੋਏ ਸਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਆਪਣੇ ਉਮੀਦਵਾਰ ਕਰਮਜੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤਾਂ ਬਾਕੀ ਪਾਰਟੀਆਂ ਵੀ ਇੱਥੇ ਚੋਣ ਮੈਦਾਨ ਦੇ ਵਿੱਚ ਭਖੀਆਂ ਹੋਈਆਂ ਨੇ। ਯੂਪੀ ਦੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਮਾਮਲੇ ਦੇ ਵਿੱਚ ਮੌਜੂਦਾ ਸਰਕਾਰ ਅਤੇ ਪਿਛਲੀ ਸਰਕਾਰ ਦਾ ਪੇਚਾ ਫਸਦਾ ਲੱਗਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਕੀਲਾਂ ਨੂੰ ਦਿੱਤੇ ਗਏ 55 ਲੱਖ ਤਾਰਨ ਤੋਂ ਇਨਕਾਰ ਹੀ ਨਹੀਂ ਕੀਤਾ ਬਲਕਿ 55 ਲੱਖ ਤਤਕਾਲੀ ਵਜ਼ੀਰਾਂ ਤੋਂ ਵਸੂਲਣ ਦੇ ਸੰਕੇਤ ਦਿੱਤੇ ਨੇ ਤੇ ਜਿਹੜੀ ਸੂਈ ਹੈ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੁਆਲੇ ਘੁੰਮਣ ਲੱਗੀ ਹੈ ਕਿਉਂਕਿ ਜੇਲ੍ਹ ਮੰਤਰੀ ਜਿਹੜੇ ਉਸ ਵੇਲੇ ਸਨ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਮੇਰੀ ਕੋਈ ਭੂਮਿਕਾ ਨਹੀਂ ਹੈ, ਮੈਂ ਤਾਂ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਸੀ। ਆਪ ਸਰਕਾਰ ਦਾ ਕਹਿਣਾ ਹੈ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਦੇ ਵਿੱਚ ਰੱਖਣ ਦੇ ਲਈ ਉਸ ਵੇਲੇ ਕਾਂਗਰਸ ਦੀ ਸਰਕਾਰ ਨੇ ਇੰਨੇ ਮਹਿੰਗੇ ਵਕੀਲ ਕੀਤੇ। ਇੱਕ ਪੇਸ਼ੀ ਦੇ ਲਈ ਵਕੀਲ ਨੂੰ 11 ਲੱਖ ਰੁਪਈਆ ਦਿੱਤਾ ਗਿਆ ਤੇ ਅਸੀਂ ਇਹ ਫਾਲਤੂ ਦੇ ਪੈਸੇ ਪੰਜਾਬ ਦੇ ਖਜ਼ਾਨੇ 'ਚ ਨਹੀਂ ਭਰ ਸਕਦੇ।
ਸੀਬੀਆਈ ਨੇ ਕੱਲ ਜੈਤੋ ਦੇ 5 ਕਾਰੋਬਾਰੀਆਂ ਦੇ ਘਰਾਂ ਦੇ ਵਿੱਚ ਰਾਜਸਥਾਨ ਵਿੱਚ 11 ਕਰੋੜ ਦੇ ਬੈਂਕ ਘੁਟਾਲਾ ਮਾਮਲੇ ਦੇ ਵਿੱਚ ਛਾਪੇਮਾਰੀ ਕੀਤੀ। ਜੈਪੁਰ ਹਾਈ ਕੋਰਟ ਬੈਂਚ ਦੇ ਹੁਕਮਾਂ ਤੇ ਸੀਬੀਆਈ ਨੇ 11 ਕਰੋੜ ਰੁਪਏ ਦੇ ਘੁਟਾਲੇ ਸੰਬੰਧੀ ਪਰਚਾ ਦਰਜ ਕਰਕੇ ਫਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਜੈਤੋ ਦੇ ਰਹਿਣ ਵਾਲੇ 5 ਕਾਰੋਬਾਰੀਆਂ ਦੇ ਘਰਾਂ 'ਚ ਛਾਪੇ ਮਾਰ ਕੇ ਰਿਕਾਰਡ ਆਪਣੇ ਕਬਜ਼ੇ ਵਿੱਚ ਲਿਆ ਹੈ। ਦਰਅਸਲ ਬਾਲਾਜੀ ਟਰੱਸਟ ਅਧੀਨ ਚੱਲਦੇ ਮੰਦਰਾਂ ਦੇ ਵਿੱਚ ਮੱਥਾ ਟਿਕਾਈ ਵਜੋਂ ਚੜ੍ਹਦੇ ਸਿੱਕਿਆਂ ਨੂੰ ਟਰੱਸਟ ਦੇ ਵੱਲੋਂ ਮਹਿੰਦੀਪੁਰ ਇਲਾਕੇ ਦੀ SBI ਬ੍ਰਾਂਚ ਦੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਸੀ ਤੇ ਟਰੱਸਟ ਨੇ ਇੱਥੇ ਕਰੀਬ 13 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ। ਬ੍ਰਾਂਚ ਦੇ ਵਿੱਚ ਫਿਰ ਨਵੇਂ ਤੈਨਾਤ ਹੋਏ ਬੈਂਕ ਮੈਨੇਜਰ ਹਰਗੋਬਿੰਦ ਮੀਨਾ ਨੇ ਬੈਂਕ ਦਾ ਚਾਰਜ ਲੈਣ ਤੋਂ ਪਹਿਲਾਂ ਸਿੱਕਿਆਂ ਦੀ ਗਿਣਤੀ ਕਰਵਾਉਣ ਲਈ ਕਿਹਾ, ਪਰ ਬੈਂਕ ਅਧਿਕਾਰੀਆਂ ਨੇ ਗਿਣਤੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਹਰਗੋਬਿੰਦ ਮੀਨਾ ਨੂੰ ਜੈਪੁਰ ਹਾਈ ਕੋਰਟ ਤੱਕ ਪਹੁੰਚ ਕਰਨੀ ਪਈ। ਜਦੋਂ ਅਦਾਲਤ ਦੇ ਦਖਲ ਤੋਂ ਬਾਅਦ ਸਿੱਕਿਆਂ ਦੀ ਗਿਣਤੀ ਕਰਵਾਈ ਤਾਂ ਬੈਂਕ ਦੇ ਸਟਾਕ ਵਿੱਚੋਂ 11 ਕਰੋੜ ਦੇ ਸਿੱਕੇ ਗਾਇਬ ਸਨ। ਖਦਸ਼ਾ ਜਤਾਇਆ ਗਿਆ ਕਿ ਬੈਂਕ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੇ ਨਾਲ ਜੈਤੋ ਦੇ 5 ਕਾਰੋਬਾਰੀਆਂ ਨੇ ਇਹ ਸਿੱਕੇ IPL ਮੈਚਾਂ ਤੇ ਸ਼ੇਅਰ ਮਾਰਕੀਟ ਦੇ ਵਿੱਚ ਲਾਏ ਨੇ। ਇਹ ਵੀ ਪਤਾ ਲੱਗਿਆ ਕਿ ਜਿਸ ਸਮੇਂ ਦੌਰਾਨ ਇਹ ਸਿੱਕੇ ਗਾਇਬ ਹੋਏ ਸਨ, ਉਸ ਤੋਂ ਕੁਝ ਸਮੇਂ ਬਾਅਦ ਮਹਿੰਦੀਪੁਰ ਬ੍ਰਾਂਚ 'ਚੋਂ ਕੁਝ ਪੈਸਿਆਂ ਦਾ ਲੈਣ ਦੇਣ ਜੈਤੋ ਦੇ 5 ਵਿਅਕਤੀਆਂ ਦੇ ਖਾਤੇ ਵਿੱਚ ਹੋਇਆ ਤੇ ਇਸ ਗੱਲ ਦੀ ਪੈੜ ਨੱਪਦੀ ਹੋਈ ਸੀਬੀਆਈ ਦੀ ਟੀਮ ਕੱਲ ਜੈਤੋ ਪਹੁੰਚੀ ਸੀ। ਪੰਜਾਬ ਦੇ ਬਹੁਕਰੋੜੀ ਡਰੱਗ ਘੁਟਾਲੇ ਦੀ ਗੱਲ ਕਰ ਲਈਏ ਤਾਂ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਜੋ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿ ਪਿਛਲੇ ਦਿਨੀ ਸਰਕਾਰ ਨੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਸੀ, ਉਸ ਨੂੰ ਹਾਲੇ ਤੱਕ ਸਫਲਤਾ ਨਹੀਂ ਮਿਲੀ ਹੈ। ਹਾਲਾਂਕਿ STF ਨੇ ਬਰਖਾਸਤ ਪੁਲਿਸ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਦੀ ਗ੍ਰਿਫਤਾਰੀ ਦੇ ਲਈ ਯਤਨ ਤੇਜ਼ ਵੀ ਕਰ ਦਿੱਤੇ ਨੇ। ਹੁੰਦਲ ਦੀ ਤਲਾਸ਼ ਦੇ ਵਿੱਚ ਮੋਹਾਲੀ ਤੇ ਹੁਸ਼ਿਆਰਪੁਰ ਸਮੇਤ ਹੋਰਨਾਂ ਸ਼ੱਕੀ ਥਾਵਾਂ ਤੇ ਛਾਪੇ ਮਾਰੇ ਗਏ, ਪਰ ਹੁੰਦਲ ਦਾ ਕੋਈ ਥੌ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਗਾਇਬ ਹੋ ਗਿਆ, ਕਿਉਂਕਿ ਰਾਜਜੀਤ ਸਿੰਘ ਦੇ ਮੋਬਾਈਲ ਫੋਨ ਵੀ ਬੰਦ ਨੇ ਤੇ ਉਸ ਦੀ ਤਾਜ਼ਾ ਲੋਕੇਸ਼ਨ ਵੀ ਪੁਲਿਸ ਨੂੰ ਨਹੀਂ ਦਿਖ ਰਹੀ। ਰਾਜਜੀਤ ਦੀ ਆਖਰੀ ਲੋਕੇਸ਼ਨ ਮੋਹਾਲੀ ਦੇ ਵਿੱਚ ਹੀ ਦੇਖੀ ਗਈ ਸੀ। ਰਾਜਜੀਤ ਦੇ ਮੋਹਾਲੀ ਵਿਚਲੇ ਘਰ ਦੇ ਰਸੋਈਏ ਨੇ ਤੇ ਇੱਕ ਹੋਰ ਮੁਲਾਜ਼ਮ ਨੇ ਦੱਸਿਆ ਕਿ ਰਾਜਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਵਾਲੇ ਘਰ ਦੇ ਵਿੱਚ ਆਇਆ ਹੀ ਨਹੀਂ ਤੇ ਨਾ ਹੀ ਘਰ ਦੇ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਹੈ। ਰਾਜਜੀਤ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਥੋਂ ਦੇ ਜੱਦੀ ਪਿੰਡ ਵਾਲੇ ਘਰ ਦੇ ਵਿੱਚ ਵੀ ਪੁਲਿਸ ਨੇ ਛਾਪਾ ਮਾਰਿਆ, ਪਰ ਕੁਝ ਨਹੀਂ ਮਿਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸਨੇ ਪਿੰਡ ਤੋਂ ਦੂਰੀ ਹੀ ਬਣਾ ਰੱਖੀ ਹੈ। ਰਾਜਜੀਤ ਸਿੰਘ ਦੇ ਖਿਲਾਫ ਜਿੱਥੇ ਪੁਲਿਸ ਨੇ NDPS ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ, ਉੱਥੇ ਕੱਲ ਉਸ ਦੇ ਖਿਲਾਫ ਦਰਜ FIR ਦੇ ਵਿੱਚ ਹੋਰ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਨੇ। ਬਠਿੰਡਾ ਦੇ ਫੌਜੀ ਛਾਉਣੀ ਹੱਤਿਆਕਾਂਡ ਦੇ ਵਿੱਚ ਮੁਲਜ਼ਮ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ। 4 ਜਵਾਨਾਂ ਨੂੰ ਸੁੱਤੇ ਪਿਆਂ ਨੂੰ ਮਾਰਨ ਵਾਲੇ ਮੁੱਖ ਮੁਲਜ਼ਮ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਫੌਜੀ ਦਸਾਈ ਮੋਹਨ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਕੱਲ ਉਸ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ 5 ਦਿਨਾਂ ਦਾ ਰਿਮਾਂਡ ਹੋਰ ਦੇ ਦਿੱਤਾ ਹੈ। ਦਿੱਲੀ ਦੇ ਵਿੱਚ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆ ਦੇ ਜਨਮ ਸ਼ਤਾਬਦੀ ਸਮਾਗਮ 2 ਵਾਰੀ ਮਨਾਏ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਦੇ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਦਿੱਲੀ ਦੇ ਸਮਾਗਮਾਂ ਸੰਬੰਧੀ ਖਰਚਿਆਂ ਦੇ ਬਾਰੇ ਦਿੱਲੀ ਕਮੇਟੀ ਦੇ ਲੀਡਰਾਂ ਨੇ ਜਿਹੜੇ ਦੋਸ਼ ਲਾਏ ਸਨ, ਉਹਨਾਂ ਦਾ ਜਵਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਹੈ। ਦਰਅਸਲ ਦਿੱਲੀ ਕਮੇਟੀ ਨੇ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਕਿ ਉਹ DDA ਮੈਦਾਨ ਦੇ ਵਿੱਚ ਸਮਾਗਮ ਨਾ ਕਰਕੇ ਸਮਾਗਮ ਲਾਲ ਕਿਲੇ ਦੇ ਵਿੱਚ ਕਰਨ। ਇਸ ਤੋਂ ਵੀ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਜੱਸਾ ਸਿੰਘ ਰਾਮਗੜੀਆ ਦੇ ਜਨਮ ਸ਼ਤਾਬਦੀ ਸਮਾਗਮ ਪਹਿਲਾਂ ਦਿੱਲੀ ਕਮੇਟੀ ਨੇ ਵੱਖਰੇ ਤੌਰ ਤੇ ਮਨਾਏ ਤੇ ਫਿਰ ਸ਼੍ਰੋਮਣੀ ਕਮੇਟੀ ਨੇ ਕੁਝ ਦਿਨਾਂ ਬਾਅਦ ਵੱਖਰੇ ਤੌਰ ਤੇ ਮਨਾਏ। ਦਿੱਲੀ ਕਮੇਟੀ ਚਾਹੁੰਦੀ ਸੀ ਕਿ SGPC ਇਹ ਪ੍ਰੋਗਰਾਮ ਲਾਲ ਕਿਲੇ ਤੇ ਹੀ ਕਰੇ, ਪਰ SGPC ਨੇ ਦਿੱਲੀ ਦੀ ਕਿਸੇ ਹੋਰ ਥਾਂ ਤੇ ਕੀਤਾ। ਇਹਨਾਂ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਕੱਲ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ SGPC ਦੇ ਵੱਲੋਂ ਦਿੱਲੀ ਸਮਾਗਮਾਂ ਤੇ 3 ਕਰੋੜ ਰੁਪਏ ਬਰਬਾਦ ਕਰਨ ਦਾ ਦੋਸ਼ ਲਾਇਆ ਸੀ ਤੇ ਹੁਣ SGPC ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਆਪਣੇ ਸਿਆਸੀ ਆਕਾ ਦੇ ਇਸ਼ਾਰੇ ਤੇ SGPC ਖਿਲਾਫ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਨੇ। ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੇ ਕਿਹਾ ਕਿ ਗੁਰਦੁਆਰਾ ਰਕਾਬਗੰਜ ਤੋਂ ਸ਼ੁਰੂ ਕੀਤੀ ਖਾਲਸਾ ਫਤਿਹ ਮਾਰਚ ਵਿੱਚ ਦਿੱਲੀ ਕਮੇਟੀ ਦੇ ਆਗੂ ਖੁਦ ਵੀ ਸ਼ਾਮਲ ਹੋਏ ਸਨ ਤੇ ਹੁਣੇ ਆਪਣੇ ਸਿਆਸੀ ਹਿੱਤ ਪੂਰਨ ਖਾਤਰ ਸਿਰਫ ਤੇ ਸਿਰਫ ਸਿੱਖ ਸੰਗਤ ਦੇ ਵਿੱਚ ਦੁਬਿਧਾ ਪੈਦਾ ਕਰ ਰਹੇ ਨੇ। ਤੇ ਸਕੱਤਰ ਬਲਵਿੰਦਰ ਸਿੰਘ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ SGPC ਦੇ ਸਮਾਗਮਾਂ ਦੇ ਵਿੱਚ ਸੰਗਤ ਘੱਟ ਹੋਣ ਦਾ ਜਿਹੜਾ ਦਾਅਵਾ ਕੀਤਾ ਸੀ, ਉਸ ਨੂੰ ਵੀ ਨਕਾਰਦਿਆਂ ਕਿਹਾ ਕਿ ਸਮਾਗਮਾਂ ਦੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਸੀ, ਜਦਕਿ ਦਿੱਲੀ ਕਮੇਟੀ ਦੇ ਸਰਕਾਰੀ ਸਮਾਗਮ ਦੇ ਵਿੱਚ ਸੰਗਤ ਘੱਟ ਗਿਣਤੀ ਵਿੱਚ ਪਹੁੰਚੀ ਸੀ। ਇਸ ਕਰਕੇ ਹਰਮੀਤ ਸਿੰਘ ਕਾਲਕਾ ਖਫਾ ਹੋ ਗਏ ਨੇ। ਪੰਜਾਬ ਦੇ ਸਾਬਕਾ ਮਾਲ ਮੰਤਰੀ ਅਤੇ BJP ਦੇ ਲੀਡਰ ਗੁਰਪ੍ਰੀਤ ਸਿੰਘ ਕਾਂਗੜ ਦੇ ਗੋਡਿਆਂ ਦਾ ਆਪਰੇਸ਼ਨ ਹੋਣ ਕਰਕੇ ਵਿਜੀਲੈਂਸ ਜਾਂਚ ਨੂੰ ਬ੍ਰੇਕਾਂ ਲੱਗ ਗਈਆਂ ਨੇ, ਜਿਹੜੀ ਉਹਨਾਂ ਦੇ ਖਿਲਾਫ ਵਿਜੀਲੈਂਸ ਨੇ ਵਿੱਢੀ ਹੋਈ ਹੈ। ਗੋਡਿਆਂ ਦੇ ਆਪਰੇਸ਼ਨ ਕਰਕੇ ਕਾਂਗੜ ਨੂੰ 1.5 ਮਹੀਨਾ ਆਰਾਮ ਕਰਨਾ ਪਵੇਗਾ ਤੇ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋ ਸਕਣਗੇ। ਪੰਜਾਬ ਵਿਜੀਲੈਂਸ ਕਾਂਗੜ ਦੇ ਖਿਲਾਫ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਲੰਘੀ 17 ਅਪ੍ਰੈਲ ਨੂੰ ਕਾਂਗੜ ਨੂੰ ਤਲਬ ਕੀਤਾ ਗਿਆ ਸੀ, ਪਰ ਉਹਨਾਂ ਨੇ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ।
ਵਿਜੀਲੈਂਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ 2017 ਦੇ ਵਿੱਚ ਕਾਂਗੜ ਕੋਲੇ 9 ਕਰੋੜ 36 ਲੱਖ ਦੀ ਜਾਇਦਾਦ ਸੀ ਤੇ 10 ਲੱਖ ਦਾ ਕਰਜ਼ਾ ਵੀ ਸਿਰ ਤੇ ਸੀ ਤੇ ਵਜ਼ੀਰ ਰਹਿਣ ਤੋਂ ਬਾਅਦ 2022 ਦੇ ਵਿੱਚ ਜਾਇਦਾਦ 14 ਕਰੋੜ 77 ਲੱਖ ਕਿਵੇਂ ਹੋ ਗਈ, ਯਾਨੀ ਕਿ ਲਗਭਗ ਦੁੱਗਣੀ ਹੋ ਗਈ ਤੇ ਕਰਜ਼ਾ ਜਿਹੜਾ 1 ਕਰੋੜ 99 ਲੱਖ ਦਾ ਹੋ ਗਿਆ। ਹਾਲਾਂਕਿ ਕਾਂਗੜ ਇਹ ਦਾਅਵਾ ਕਰ ਚੁੱਕੇ ਨੇ ਕਿ ਉਹਨਾਂ ਦੀ ਸਾਰੀ ਜਿਹੜੀ ਜਾਇਦਾਦ ਹੈ ਉਹ ਜੱਦੀ ਪੁਸ਼ਤੀ ਕਾਰੋਬਾਰ ਤੋਂ ਆਉਂਦੀ ਹੈ। ਉਧਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਸੇ ਹੋਏ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਨੇ ਆਵਾਜ਼ ਦੇ ਸੈਂਪਲਾਂ ਦੀ ਜਾਂਚ ਸੰਬੰਧੀ ਦਰਖਾਸਤ ਦਿੱਤੀ ਹੈ। ਅਮਿਤ ਰਤਨ ਆਪਣੀ ਆਵਾਜ਼ ਦਾ ਨਮੂਨਾ ਕਿਸੇ ਹੋਰ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਉਣਾ ਚਾਹੁੰਦੇ ਨੇ, ਜਦਕਿ ਵਿਜੀਲੈਂਸ ਨੇ ਅਮਿਤ ਰਤਨ ਦੇ ਨਮੂਨੇ ਦੀ ਜਾਂਚ ਲਈ ਫੋਰੈਂਸਿਕ ਲੈਬ ਮੋਹਾਲੀ ਨੂੰ ਇਹ ਸੈਂਪਲ ਭੇਜੇ ਨੇ ਤੇ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਅਮਿਤ ਰਤਨ ਨੇ ਦਰਖਾਸਤ ਦਿੱਤੀ ਹੈ। ਹੁਣ ਅਮਿਤ ਰਤਨ ਦੀ ਦਰਖਾਸਤ ਮੰਨੀ ਜਾਵੇਗੀ ਜਾਂ ਨਹੀਂ, ਇਹ ਤਾਂ ਅਦਾਲਤ ਜਾਣਦੀ ਹੈ। ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲੈਂਦਿਆਂ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਯਾਨੀ ਕਿ NCSC ਨੂੰ ਇੱਕ ਹਲਫਨਾਮਾ ਸੌਂਪਿਆ ਹੈ, ਜਿਸ ਦੇ ਵਿੱਚ ਕਿਹਾ ਕਿ ਲੈਕਚਰਾਰਾਂ, ਹੈੱਡਮਾਸਟਰਾਂ, ਵੋਕੇਸ਼ਨਲ ਲੈਕਚਰਾਰ ਤੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਸੰਬੰਧੀ ਹੁਕਮਾਂ ਨੂੰ ਵਾਪਸ ਲਿਆ ਜਾਏਗਾ। ਯਾਨੀ ਕਿ ਲੈਕਚਰਾਰ ਤੋਂ ਪ੍ਰਿੰਸੀਪਲ ਦੀ ਤਰੱਕੀ ਦੇ ਹੁਕਮ ਸਰਕਾਰ ਵਾਪਸ ਲਵੇਗੀ। ਦਰਅਸਲ ਐਸਸੀ ਜਥੇਬੰਦੀਆਂ ਨੇ ਤਰੱਕੀ ਦੇ ਵਿੱਚ ਰਾਖਵਾਂਕਰਨ ਨੀਤੀ ਨੂੰ ਲਾਗੂ ਨਾ ਕਰਨ ਸੰਬੰਧੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕੈਨੇਡਾ ਦੀ ਸਰਕਾਰ ਇਸ ਵਕਤ ਵੱਡੀ ਹੜਤਾਲ ਦਾ ਸਾਹਮਣਾ ਕਰ ਰਹੀ ਹੈ। ਤਨਖਾਹਾਂ ਦੇ ਵਿੱਚ ਵਾਧੇ ਤੇ ਹੋਰ ਮੰਗਾਂ ਨੂੰ ਲੈ ਕੇ ਕੈਨੇਡਾ ਦੇ ਸਰਕਾਰੀ ਮੁਲਾਜ਼ਮਾਂ ਨੇ ਹੜਤਾਲ ਕਰ ਰੱਖੀ ਹੈ। ਲੱਖਾਂ ਅਧਿਕਾਰੀ ਕੰਮ ਤੇ ਨਹੀਂ ਆ ਰਹੇ। ਕਰੀਬ 1.5 ਲੱਖ ਕਾਮਿਆਂ ਦੀ ਹੜਤਾਲ ਕਰਕੇ ਕੱਲ ਖਜ਼ਾਨਾ, ਟੈਕਸ, ਸਰਕਾਰੀ ਅਦਾਇਗੀ, ਪਾਸਪੋਰਟ ਤੇ ਇਮੀਗ੍ਰੇਸ਼ਨ ਵਰਗੇ ਦਫ਼ਤਰਾਂ ਦੇ ਵਿੱਚ ਸੁੰਨਮਸਾਨ ਛਾਈ ਰਹੀ। ਬੇਸ਼ੱਕ ਟਰੂਡੋ ਸਰਕਾਰ ਨੇ ਕਿਹਾ ਕਿ 48,000 ਕਾਮੇ ਜ਼ਰੂਰੀ ਸੇਵਾਵਾਂ ਅਧੀਨ ਕੰਮ ਕਰਦੇ ਰਹਿਣਗੇ, ਪਰ ਕੈਨੇਡਾ ਵਿੱਤੀ ਏਜੰਸੀ ਦੇ 35,000 ਕਾਮਿਆਂ ਦੇ ਵਿੱਚੋਂ ਸਿਰਫ 1400 ਹੀ ਜ਼ਰੂਰੀ ਸੇਵਾ ਅਧੀਨ ਆਉਂਦੇ ਹੋਣ ਕਰਕੇ ਦੇਸ਼ ਦੇ ਲੋਕਾਂ ਨੂੰ ਅਗਲੇ ਦਿਨਾਂ ਦੇ ਵਿੱਚ ਵੀ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਸਰਕਾਰ ਕਾਮਿਆਂ ਨੂੰ ਮਨਾਉਣ ਦੇ ਯਤਨ ਵੀ ਕਰ ਰਹੀ ਹੈ, ਪਰ ਸੰਸਦ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਸਰਕਾਰ ਨੂੰ ਰਗੜੇ ਵੀ ਲਾਏ ਜਾ ਰਹੇ ਨੇ। ਦਰਅਸਲ ਸਰਕਾਰੀ ਮੁਲਾਜ਼ਮਾਂ ਦੀ ਯੂਨੀਅਨ ਦੇ ਵੱਲੋਂ ਪਿਛਲੇ 1 ਸਾਲ ਤੋਂ ਤਨਖਾਹਾਂ ਦੇ ਵਿੱਚ ਵਾਧੇ ਲਈ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਇਹ ਮੰਗ ਪੂਰੀ ਨਹੀਂ ਹੋਈ ਹੈ। ਇਸ ਕਰਕੇ ਬੁੱਧਵਾਰ ਤੋਂ 1.5 ਲੱਖ ਤੋਂ ਵੀ ਵੱਧ ਵਰਕਰ ਹੜਤਾਲ ਤੇ ਚਲੇ ਗਏ ਨੇ ਤੇ ਪਿਛਲੇ ਵਿੱਤੀ ਵਰ੍ਹੇ ਦੀਆਂ ਇਨਕਮ ਟੈਕਸ ਰਿਟਰਨਾਂ ਫਾਈਲ ਕਰਨ ਦੀ ਆਖਰੀ ਤਰੀਕ ਦੇ ਵਿੱਚ ਵੀ ਸਿਰਫ 10 ਦਿਨ ਬਾਕੀ ਨੇ। ਇਸ ਦੌਰਾਨ ਮਹੀਨੇ ਬਾਅਦ ਹੁੰਦੀ ਅਦਾਇਗੀ ਤੇ ਨਿਰਭਰ ਹੋਣ ਕਰਕੇ 43 ਲੱਖ ਲੋਕਾਂ ਦੀ ਜ਼ਿੰਦਗੀ ਤੇ ਅਸਰ ਪੈ ਰਿਹਾ ਹੈ। 2 ਸਾਲਾਂ ਬਾਅਦ ਪੈਰਾਂ ਸਿਰ ਹੋਏ ਪਾਸਪੋਰਟ ਦਫ਼ਤਰਾਂ ਦੇ ਵਿੱਚ ਫਾਈਲਾਂ ਦੇ ਢੇਰ ਫਿਰ ਵੱਧਦੇ ਜਾ ਰਹੇ ਨੇ ਤੇ ਮਾਲੀਆ ਉਗਰਾਹੀ ਪ੍ਰਣਾਲੀ ਵੀ ਗੜਬੜਾ ਸਕਦੀ ਹੈ। ਵਿਰੋਧੀ ਧਿਰ ਦੇ ਲੀਡਰ PR ਪੋਲੀਵਰ ਨੇ ਸੰਸਦ ਦੇ ਵਿੱਚ ਸਵਾਲ ਕੀਤਾ ਕਿ ਹੜਤਾਲ ਦੀਆਂ 4 ਮਹੀਨੇ ਤੋਂ ਤਿਆਰੀਆਂ ਹੋ ਰਹੀਆਂ ਸਨ, ਸਰਕਾਰ ਇੰਨਾ ਸਮਾਂ ਸੁੱਤੀ ਕਿਉਂ ਰਹੀ। ਦੂਸਰੇ ਪਾਸੇ ਸਰਕਾਰ ਦੀ ਹਮਾਇਤੀ ਪਾਰਟੀ NDP ਦੇ ਲੀਡਰ ਜਗਮੀਤ ਸਿੰਘ ਨੇ ਵੀ ਸਰਕਾਰ ਦਾ ਲਿਹਾਜ਼ ਨਹੀਂ ਕੀਤਾ ਤੇ ਤਿੱਖੇ ਸਵਾਲਾਂ ਦੀ ਸੰਸਦ ਦੇ ਵਿੱਚ ਝੜੀ ਲਾ ਦਿੱਤੀ। ਹੜਤਾਲੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਵਧੀ ਹੋਈ 13% ਮਹਿੰਗਾਈ ਦੇ ਮੁਤਾਬਿਕ ਤਨਖਾਹ ਦੇ ਵਿੱਚ 3 ਸਾਲਾਂ 'ਚ 13.5% ਵਾਧੇ ਦੀ ਮੰਗ ਕਰ ਰਹੇ ਨੇ, ਪਰ ਸਰਕਾਰ 3 ਸਾਲਾਨਾ ਕਿਸ਼ਤਾਂ ਵਿੱਚ ਸਿਰਫ 9% ਵਾਧਾ ਦੇਣ ਤੇ ਹੀ ਅੜੀ ਹੋਈ ਹੈ।